Hello dears, today our topic is sulfur hexafluoride circuit breaker। ਹੁਣ ਤੱਕ ਜਿਸ ਤਰ੍ਹਾਂ ਆਪਾਂ ਪਹਿਲਾਂ ਪੜ੍ਹਿਆ ਆਇਲ ਸਰਕਟ ਬ੍ਰੇਕਰਸ, 에ਅਰ ਬਲਾਸਟ ਸਰਕਟ ਬ੍ਰੇਕਰਸ, ਤੇ ਹੁਣ ਆ ਗਿਆ ਸਲਫਰ ਹੈਕਸਾਫਲੋਰਾਈਡ ਸਰਕਟ ਬ੍ਰੇਕਰ। ਇਹ ਜਿਹੜਾ ਆਪਣਾ ਟੌਪਿਕ ਹੈ ਅੱਜ ਦਾ, ਆਪਾਂ ਅੱਗੇ ਡਿਸਕਸ ਕਰਦੇ ਹਾਂ ਹੁਣ ਇਹਦੇ ਬਾਰੇ। ਕੀ ਹੈ ਸਲਫਰ ਹੈਕਸਾਫਲੋਰਾਈਡ ਸਰਕਟ ਬ੍ਰੇਕਰ, ਆਪਾਂ ਪੜ੍ਹਦੇ ਹਾਂ ਅਤੇ ਨਾਲ ਡਿਸਕਸ ਕਰਦੇ ਹਾਂ। ਧਿਆਨ ਨਾਲ ਸੁਣੋ ਅਤੇ ਧਿਆਨ ਨਾਲ ਜੋ ਉੱਪਰ ਲਿਖਿਆ ਹੁੰਦਾ ਉਹਦੇ ਵੱਲ ਧਿਆਨ ਨਾਲ ਦੇਖਿਆ ਕਰੋ। ਸਟੈਪ ਵਾਈਜ਼ ਮੈਂ ਬਹੁਤ ਸਲੋ ਸਮਝਾਉਂਦਾ ਤੁਹਾਨੂੰ, ਤਾਂ ਕਿ ਤੁਹਾਨੂੰ ਨਾਲ ਲਾਈਨ ਵੀ ਪੜ੍ਹ ਹੋਵੇ, ਨਾਲ ਉਹਦਾ ਮਤਲਬ ਪਤਾ ਲੱਗੇ, ਨਾਲ ਤੁਹਾਨੂੰ ਕੰਸੈਪਟ ਕਲੀਅਰ ਹੋਵੇ। ਠੀਕ ਹੈ, ਦੇਖੋ ਇਹਦੇ ਵਿੱਚ ਕਹਿ ਰਿਹਾ ਇਨ ਸਲਫਰ ਹੈਕਸਾਫਲੋਰਾਈਡ ਸਰਕਟ ਬ੍ਰੇਕਰ, ਜਿਹਨੂੰ ਆਪਾਂ ਗੈਸ ਦਾ ਨਾਂ SF6 ਹੁੰਦਾ ਹੈਗਾ, ਸਲਫਰ ਹੈਕਸਾਫਲੋਰਾਈਡ। ਫਲੋਰੀਨ ਗੈਸ ਹੁੰਦੀ ਹੈਗੀ ਆ ਅਤੇ ਸਲਫਰ ਨਾਲ ਮਿਕਸ ਕੀਤਾ ਹੁੰਦਾ, ਦੈਟ ਉਹ ਬਣ ਜਾਂਦਾ ਸਲਫਰ ਹੈਕਸਾਫਲੋਰਾਈਡ। ਹੈਕਸਾ ਮਤਲਬ 6 ਹਿੱਸੇ ਫਲੋਰੀਨ, 1 ਹਿੱਸੇ ਸਲਫਰ। ਇਹ ਗੈਸ ਦਾ ਨਾਂ ਹੈ SF6। ਕਹਿੰਦਾ ਇਨ ਸਲਫਰ ਹੈਕਸਾਫਲੋਰਾਈਡ ਸਰਕਟ ਬ੍ਰੇਕਰ FS6 ਗੈਸ ਇਜ਼ ਯੂਜ਼ਡ ਐਜ਼ ਦਾ ਆਰਕ ਕੁਇੰਚਿੰਗ ਮੀਡੀਅਮ। ਹੁਣ ਦੇਖੋ ਤੁਸੀਂ, ਆਪਾਂ ਪਹਿਲਾਂ ਪੜ੍ਹਿਆ ਸੀ ਆਇਲ ਨੂੰ ਆਪਾਂ ਯੂਜ਼ ਕਰਦੇ ਹਾਂ ਫॉर ਕੁਇੰਚਿੰਗ ਐਂਡ ਫॉर ਇੰਸੂਲੇਟਿੰਗ ਪ੍ਰੋਪਰਟੀ ਉਹਦੀ ਹੋਣ ਕਰਕੇ ਉਹਨੂੰ ਐਜ਼ ਏ ਇੰਸੂਲੇਟਰ ਵੀ ਯੂਜ਼ ਕਰ ਲੈਂਦੇ ਹਾਂ, ਅਤੇ ਨਾਲ ਉਹਨੂੰ ਕੁਇੰਚਿੰਗ ਮੀਡੀਅਮ ਵੀ ਆਪਾਂ ਯੂਜ਼ ਕਰਦੇ ਹੈਗਾ। ਠੀਕ ਹੈ, ਉਸ ਤੋਂ ਬਾਅਦ ਆਇਲ ਤੋਂ ਬਾਅਦ ਆਪਾਂ ਚੇਂਜ ਕੀਤਾ ਉਹ ਆ ਗਈ ਏਅਰ। ਹੁਣ ਏਅਰ ਆਪਾਂ ਯੂਜ਼ ਕੀਤੀ ਆਇਲ ਦੀ ਜਗ੍ਹਾ 'ਤੇ। ਏਅਰ ਆਪਣੇ ਆਪ ਦੇ ਵਿੱਚ ਜਿਹੜੀ ਉਹਦੀ ਇੱਕ ਪ੍ਰੋਪਰਟੀ, ਸਭ ਤੋਂ ਵੱਡੀ ਪ੍ਰੋਪਰਟੀ ਸੀਗੀ, ਉਹ ਜਿਹੜੀ ਆ ਉਹ ਇਨਫਲੇਮੇਬਲ ਨਹੀਂ ਆ, ਇਸ ਕਰਕੇ ਉਹਨੂੰ ਅੱਗ ਨਹੀਂ ਲੱਗਦੀ, ਬਲਾਸਟ ਨਹੀਂ ਹੁੰਦਾ। ਠੀਕ ਹੈ, ਉਹਦੀ ਆਪਣੀ ਪ੍ਰੋਪਰਟੀਜ਼ ਹੈਗੀਆਂ। ਹੁਣ ਉਸ ਤੋਂ ਬਾਅਦ ਆ ਗਿਆ ਏਅਰ ਦੀ ਜਗ੍ਹਾ 'ਤੇ, ਆਇਲ ਦੀ ਜਗ੍ਹਾ 'ਤੇ ਆਪਾਂ ਕੀ ਯੂਜ਼ ਕਰਨਾ ਹੁਣ ਸਲਫਰ ਹੈਕਸਾਫਲੋਰਾਈਡ ਗੈਸ। ਮਤਲਬ ਹੁਣ ਏਅਰ ਵੀ ਇੱਕ ਗੈਸ ਹੈ, ਬਟ ਉਹਦੀ ਜਗ੍ਹਾ 'ਤੇ ਆਪਾਂ ਕੀ ਯੂਜ਼ ਕਰ ਰਹੇ ਹਾਂ ਸਲਫਰ ਹੈਕਸਾਫਲੋਰਾਈਡ ਗੈਸ। ਕੀ ਕਹਿੰਦਾ ਦਾ SF6 ਸਲਫਰ ਹੈਕਸਾਫਲੋਰਾਈਡ ਇਜ਼ ਐਨ ਇਲੈਕਟ੍ਰੋਨੈਗੇਟਿਵ ਗੈਸ। ਇਲੈਕਟ੍ਰੋਨੈਗੇਟਿਵਿਟੀ ਕੀ ਹੁੰਦੀ? ਕਹਿੰਦਾ ਇਲੈਕਟ੍ਰੋਨੈਗੇਟਿਵਿਟੀ ਇਜ਼ ਏ ਮੈਜ਼ਰ ਆਫ ਦਾ ਟੈਂਡੈਂਸੀ ਆਫ ਏ ਐਟਮ ਟੂ ਅਟਰੈਕਟ ਰਿਪੈਲ ਨਹੀਂ, ਅਟਰੈਕਟ ਖਿੱਚਣਾ ਇਹ ਬੌਂਡਿੰਗ ਪੇਅਰ ਆਫ ਇਲੈਕਟ੍ਰੋਨਸ। ਮਤਲਬ ਜਿਹੜੀ ਗੈਸਿਸ ਹੁੰਦੀਆਂ, ਜਿਹੜੀਆਂ ਇਲੈਕਟ੍ਰੋਨੈਗੇਟਿਵ ਗੈਸਿਸ ਹੁੰਦੀਆਂ, ਇਹ ਕੀ ਕਰਦੀਆਂ, ਜਿਹੜੇ ਫ੍ਰੀ ਇਲੈਕਟ੍ਰੋਨਸ ਅਗਰ ਆਪਾਂ ਇਹਨਾਂ ਗੈਸਿਸ ਦੇ ਵਿੱਚ ਛੱਡ ਦਈਏ ਅਤੇ ਗੈਸਿਸ ਜਿਹੜੀਆਂ ਹੁਣ ਫ੍ਰੀ ਇਲੈਕਟ੍ਰੋਨਸ ਨੂੰ ਆਪਣੇ ਵੱਲ ਖਿੱਚ ਲੈਂਦੀਆਂ, ਅਟਰੈਕਟ ਕਰ ਲੈਂਦੀਆਂ। ਠੀਕ ਹੈ, ਐਂਡ ਹੈਜ਼ ਏ ਸਟਰੋਂਗ ਟੈਂਡੈਂਸੀ ਟੂ ਅਬਜ਼ੋਰਬ ਫ੍ਰੀ ਇਲੈਕਟ੍ਰੋਨਸ। ਮਤਲਬ ਕਹਿੰਦਾ, ਫਿਰ ਲਾਈਨ ਪੜ੍ਹੋ ਦੂਜੀ ਲਾਈਨ, ਦਾ ਸਲਫਰ ਹੈਕਸਾਫਲੋਰਾਈਡ ਇਜ਼ ਐਨ ਇਲੈਕਟ੍ਰੋਨੈਗੇਟਿਵ ਗੈਸ ਐਂਡ ਹੈਜ਼ ਏ ਸਟਰੋਂਗ ਟੈਂਡੈਂਸੀ ਟੂ ਅਬਜ਼ੋਰਬ ਫ੍ਰੀ ਇਲੈਕਟ੍ਰੋਨਸ। ਮਤਲਬ ਫ੍ਰੀ ਇਲੈਕਟ੍ਰੋਨ ਨੂੰ ਅਬਜ਼ੋਰਬ ਕਰਨ ਦੀ ਇਹਦੇ ਵਿੱਚ ਟੈਂਡੈਂਸੀ ਹੁੰਦੀ ਹੈ, ਜਿਹੜੀ ਇਲੈਕਟ੍ਰੋਨੈਗੇਟਿਵ ਗੈਸ ਹੁੰਦੀ ਹੈਗੀ ਆ। ਅਤੇ ਜਿਹੜੀ ਸਾਡੀ ਸਲਫਰ ਹੈਕਸਾਫਲੋਰਾਈਡ ਗੈਸ ਹੈਗੀ ਆ, ਇਹ ਵੀ ਕਹਿੰਦਾ ਇਲੈਕਟ੍ਰੋਨੈਗੇਟਿਵ ਗੈਸ ਹੈ, ਅਤੇ ਇਸ ਕਰਕੇ ਇਹ ਵੀ ਫ੍ਰੀ ਇਲੈਕਟ੍ਰੋਨਸ ਜਿਹੜੇ ਆਪਣੇ 'ਚ ਅਬਜ਼ੋਰਬ ਕਰ ਲੈਂਦੀ ਆ। ਤੀਜੀ ਲਾਈਨ ਕਹਿੰਦਾ ਦਾ ਕੰਟੈਕਟਸ ਆਫ ਦਾ ਬ੍ਰੇਕਰ ਆਰ ਓਪਨਡ ਇਨ ਏ ਹਾਈ ਪ੍ਰੈਸ਼ਰ ਫਲੋ ਆਫ SF6 ਗੈਸ ਐਂਡ ਐਨ ਆਰਕ ਇਜ਼ ਸਟਕ ਬਿਟਵੀਨ ਦੈਮ। ਕਹਿੰਦਾ ਜਿਹੜੇ ਕੰਟੈਕਟਸ ਹੁੰਦੇ ਆ, ਦੇਖੋ ਕੋਈ ਸਰਕਟ ਬ੍ਰੇਕਰ ਦਾ 2 ਕੰਟੈਕਟਸ ਆਪਾਂ ਪਹਿਲਾਂ ਕਾਫੀ ਵਾਰੀ ਪੜ੍ਹ ਚੁੱਕੇ ਹਾਂ। ਕਹਿੰਦਾ ਜਿਹੜੇ 2 ਕੰਟੈਕਟਸ ਹੈਗੇ ਆ, ਉਹਨਾਂ ਨੂੰ ਆਪਾਂ SF6 ਗੈਸ ਦੇ ਵਿੱਚ ਆਪਾਂ ਓਪਨ ਕਰਦੇ ਹਾਂ, ਹਾਈ ਪ੍ਰੈਸ਼ਰ ਗੈਸ ਦੇ ਵਿੱਚ ਇਹਨੂੰ ਓਪਨ ਕਰਦੇ ਹਾਂ, ਅਤੇ ਐਨ ਆਰਕ ਜਿਹੜੀ ਐਨ ਆਰਕ ਇਜ਼ ਸਟਕ ਬਿਟਵੀਨ ਦੈਮ, ਅਤੇ ਆਰਕ ਜਿਹੜੀ ਉਹਨਾਂ ਦੋਨਾਂ ਦੇ ਵਿੱਚ ਓਬਟੇਨ ਹੋ ਜਾਂਦੀ। ਮਤਲਬ ਜਦੋਂ ਸਰਕਟ ਬ੍ਰੇਕਰ ਜਿਹੜਾ SF6 ਸਰਕਟ ਬ੍ਰੇਕਰ ਹੈ, ਕਹਿੰਦਾ ਕੰਟੈਕਟਸ ਜਿਹੜੇ ਆਪਾਂ ਓਪਨ ਕਿਹਦੇ ਵਿੱਚ ਕਰਦੇ ਹਾਂ, ਹਾਈ ਪ੍ਰੈਸ਼ਰ ਗੈਸ ਦੇ ਵਿੱਚ ਓਪਨ ਕਰਦੇ ਹਾਂ, ਅਤੇ ਉਹਦੇ ਵਿੱਚ ਫਿਰ ਆਰਕ ਇੰਡਿਊਸ ਹੁੰਦੀ ਜਦੋਂ ਕੰਟੈਕਟ ਓਪਨ ਹੁੰਦੇ ਆ। ਦਾ ਕੰਡਕਟਿੰਗ ਫ੍ਰੀ ਇਲੈਕਟ੍ਰੋਨ ਇਨ ਦਾ ਆਰਕ ਆਰ ਰੈਪਿਡਲੀ ਕੈਪਚਰਡ ਬਾਈ ਦਾ ਗੈਸ ਟੂ ਫੋਰਮ ਰਿਲੇਟਿਵਲੀ ਇਮੂਵੇਬਲ ਨੈਗੇਟਿਵ ਆਇਨਸ। ਠੀਕ ਹੈ, ਕਹਿੰਦਾ ਕਿ ਜਿਹੜੀ ਕੰਡਕਟਿੰਗ ਫ੍ਰੀ ਇਲੈਕਟ੍ਰੋਨਸ ਹੈਗੇ ਆਰਕ ਦੇ ਵਿੱਚ, ਉਹ ਜਿਹੜੇ ਬੜੇ ਰੈਪਿਡਲੀ, ਬੜੀ ਤੇਜ਼ੀ ਦੇ ਨਾਲ ਗੈਸ ਜਿਹੜੀ ਉਹਨੂੰ ਆਪਣੇ ਵਿੱਚ ਕੈਪਚਰ ਕਰ ਲੈਂਦੀ। ਮਤਲਬ ਮੀਨਸ ਕਿ ਉਹਨਾਂ ਦੀ ਮੂਵਮੈਂਟ ਜਿਹੜੀ ਇਲੈਕਟ੍ਰੋਨਸ ਦੀ ਫਰੋਮ ਵਨ ਕੰਟੈਕਟ ਟੂ ਅਦਰ ਕੰਟੈਕਟ, ਜਿਹੜੀ ਮੂਵਮੈਂਟ ਆ ਉਹ ਰੁਕ ਜਾਂਦੀ, ਕਿਉਂਕਿ ਜਿਹੜੇ ਇਲੈਕਟ੍ਰੋਨਸ ਆ ਫ੍ਰੀ ਮੂਵ ਕਰ ਰਹੇ ਆ, ਉਹ ਸਾਰੇ ਜਿਹੜੇ ਗੈਸ ਦੇ ਵਿੱਚ ਅਬਜ਼ੋਰਬ ਹੋ ਜਾਂਦੇ ਆ। ਅਗਲੀ ਲਾਈਨ, ਦਿਸ ਲਾਸ ਆਫ ਕੰਡਕਟਿੰਗ ਇਲੈਕਟ੍ਰੋਨ ਇਨ ਦਾ ਆਰਕ ਕੁਇਕਲੀ ਬਿਲਡ ਅਪ ਐਨਫ ਇੰਸੂਲੇਸ਼ਨ ਸਟਰੈਂਥ ਟੂ ਐਕਸਟਿੰਗੁਇਸ਼ ਦਾ ਆਰਕ। ਕਹਿੰਦਾ ਹੁਣ ਜਿਹੜੇ ਲਾਸ ਆਫ ਕੰਡਕਟਿੰਗ ਇਲੈਕਟ੍ਰੋਨਸ, ਕਿਉਂਕਿ ਇਲੈਕਟ੍ਰੋਨ ਕਰਕੇ ਹੀ ਕਰੰਟ ਨੇ ਫਲੋ ਕਰਨਾ ਸੀ ਆਰਕ ਦੇ ਵਿੱਚ, ਤਾਂ ਆਪਾਂ ਉਸ ਆਰਕ ਦੇ ਵਿੱਚੋਂ ਫ੍ਰੀ ਇਲੈਕਟ੍ਰੋਨ ਹੀ ਅਬਜ਼ੋਰਬ ਕਰਵਾ ਲਏ। ਕਿਹਨੂੰ ਕਰਵਾਤੇ? ਗੈਸ ਜਿਹੜੀ SF6 ਗੈਸ ਸੀ, ਉਹਨੇ 'ਚ ਫ੍ਰੀ ਜਿਹੜੇ ਇਲੈਕਟ੍ਰੋਨਸ ਮੂਵ ਕਰਦੇ ਸਾਰਿਆਂ ਨੂੰ ਆਪਣੇ 'ਚ ਅਬਜ਼ੋਰਬ ਕਰ ਲਿਆ, ਅਤੇ ਨੈਚੁਰਲ ਜਦੋਂ ਇਲੈਕਟ੍ਰੋਨਸ ਨਹੀਂ ਮੂਵ ਕਰਨਗੇ, ਤਾਂ ਜਿਹੜਾ ਆ ਉਹਦੇ ਇਨ ਬਿਟਵੀਨ ਜਿਹੜਾ ਕੰਟੈਕਟਸ ਦੇ ਇਨ ਬਿਟਵੀਨ ਜਿਹੜਾ ਇੰਸੂਲੇਸ਼ਨ ਆ ਉਹ ਹਾਈ ਹੋ ਜਾਏਗੀ ਡਿਊ ਟੂ ਗੈਸ। ਕਹਿੰਦਾ ਲਾਸਟ ਲਾਈਨ, ਦਾ ਸਲਫਰ ਹੈਕਸਾਫਲੋਰਾਈਡ SF6 ਸਰਕਟ ਬ੍ਰੇਕਰਸ ਹੈਵ ਬੀਨ ਫਾਊਂਡ
टू बी वेरी इफेक्टिव फॉर हाई पावर एंड हाई वोल्टेज सर्फिंग। हुण देखो जी कंस्ट्रक्शन खब्बे पासे एक डायग्राम बनी आ, तुसी डायग्राम नूं ध्यान नाल देखो। ਇਹਦੇ ਵਿੱਚ देखो ਆਪਾਂ सज्जे पासे तो शुरू करते हैं। चलो उपरले पासों देखो टॉप ते सज्जे पासे डायग्राम के टॉप के उपरले पासे देखो लिखा है SF6 गैस इनलैट। एक आप रैजरवायर बनाने हैं, रैजरवायर ये शो नहीं किया होया, रैजरवायर जोड़ा वो इतने शो नहीं किया। रैजरवायर का मतलब जिथे आप गैस को स्टोर किया होया, उस गैस को स्टोर की गैस को आप इस पैसेज थानी देखो अंदर नूं एंटर कर दें। दिस इज द पैसेज फॉर गैस उपरला पोर्शन जोड़ा। हुण ये बिल्कुल ऑपोजिट थल्लड़े पासे आ जाओ, देखो जिथे पिंक कलर ना ये बनया होया ये बंद किया होया, थल्ले पासा बिल्कुल थल्ले पासे देखो बंद है, मतलब गैस एंटर करती है। एरो बने हुए हैं, जिथे जिथे एरो बने हैं उधर गैस जी है मूवमेंट होंगी है ना। ये है उपरला पोर्शन। हुण बिल्कुल सेंटर वाले पोर्शन चलिए, सज्जे पासे देखो आर्किंग हॉर्न लिखा। आर्किंग हॉर्न का मतलब है कि ये जी आर्क जो इंड्यूस होनी हैगी तो इस जी खाली जगह है जिथे एरो बनया ना, देखो ट्रायंगल जी खाली जगह है उपरले पासे, एक उपर एक थले, सेंटर एक स्पिंडल जहा बनया होया मोरे जिदा माचिस की तीली होंगी ना, इस तरह स्पिंडल बनया, वो उपर के थले देखो जी खाली जगह दैट इज़ द आर्किंग हॉर्न। वो गैप जोड़ा आ वो आर्किंग हॉर्न है। तो यह पूरे का पूरा पोर्शन है ब्लू कलर तो पिंक कलर के जो रैक्टेंगल जी बनी हुई है, एक पूरी चौरस रैक्टेंगल वो आर्किंग हॉर्न बनया होया। ये है फिक्सड चैंबर, मतलब फिक्सड मैंबर मीनस फिक्स कॉन्टैक्ट है। इधरला पोर्शन सज्जे हथ का जो पोर्शन है वो थले पासे देखो बंद किया है टोटली। सज्जा पासा देखते पे आप, सज्जा पासा थल्ले पासे बंद किया है, तो उत्थे एरो बनया हुआ आर्क चैंबर, मतलब जिथे एरो की डायरेक्शन सेंटर से जाती दोनों कॉन्टैक्ट्स के गब्बले पासे देखो उपर कॉन्टैक्ट्स लिखे ना, एक इधरले पासे एक उधरले पासे, दोनों कॉन्टैक्ट्स के गब्बे जो पोर्शन है वो है आर्किंग चैंबर। इत्थे जी आर्क इंड्यूस करनी आप जो सर्कट ब्रेकर ने ओपन होना है, इस वे ओपन पोजीशन चा दोनों कॉन्टैक्ट लग लग गया। हुण तुसीं आओ खब्बे पासे, खब्बे पासे उपरले पासे देखो कि लिखा इंसुलेटेड रॉड्स फॉर ऑपरेटिंग मूविंग चैंबर। ये पूरे का पूरा पोर्शन सज्जे वाले पासे का जो पोर्शन है ये है मूविंग चैंबर, ये मूव करता है। की चीज़ मूव करती है जी, देखो की चीज़ मूव करती है, खब्बे पासे देखो उपर थले एक जी मूविंग मैंबर बनया जिन्हें खिंचना है इंसुलेटिंग रॉड्स ने खिंचना, वो गब्बे एक रैक्टेंगुलर पोर्शन के लंबी लंबी रैक्टेंगुलर पोर्शन बनी हुई है जिथे मूविंग मैंबर लिखा होया। ये पूरे का पूरा पोर्शन जो मूव करता है। हुण सज्जे पासे वाला जो पोर्शन मैं तुहानूं दिखाया, उपरों जाओ उपरों थले नूं उपरली लाइन दे डबल लाइन जी पिंक कलर की लाइन है, फिर ब्लू कलर की लाइन आती है, फिर क्रॉस करके थले ब्लू कलर की लाइन चल जाती है, फिर पिंक कलर की लाइन करके दूजे पासे नूं उपर जाके बंद। ये सारे का सारा पोर्शन फिक्स है, ये नहीं मूव करता। तो फिर मूव की करती चीज़ खब्बे पासे वाली, खब्बे पासे वाला पोर्शन जोड़ा है मूविंग मैंबर, देखो पूरा का पूरा पोर्शन जो मूव करता। उपर उन्होंने ग्रिप बनाई है जिन्होंने फड़ के आप पिछे को खिंचना है, तो जो सेंटर वाला पोर्शन है ये मोहले पोर्शन जो मोहला पोर्शन कॉन्टैक्ट है, तो बाकी दी होल्डिंग डिवाइस है जिन्हें उन्होंने फड़िया हुआ कॉन्टैक्ट में जो मूविंग कॉन्टैक्ट है। तो थले पासे देखो लिखा गैस आउटलैट। गैस आउटलैट का मतलब है कि ये सिर्फ पोर्शन जो बनया हुआ है पूरा एक हिस्सा नहीं आ सर्कट ब्रेकर का, ये सिर्फ इंटरनल थोड़ा पोर्शन बनाया, ये गैस आउटलैट निकल के गैस आउट चैंबर के जाती है, उतों आपको रैक्टिफाइड करके मुड़ के फिर वापस रैजरवायर के गैस को भेज देने हैं। वो पोर्शन शो नहीं करता क्योंकि आप सिर्फ यदा प्रिंसीपल पढ़ना, यदी वर्किंग पढ़नी, इस करके सिर्फ कंस्ट्रक्शन जी इन्नी शो की हुई है। ठीक है, हुण ये बिल्कुल सेंटर वाले पोर्शन देखो तुसीं, जो सेंटर वाला पोर्शन है वो लैफ्ट साइड तो फिक्स कॉन्टैक्ट है, राइट साइड तो फिक्स कॉन्टैक्ट है, तो लैफ्ट साइड तो है मूविंग मैंबर। ठीक है, मूविंग मैंबर जोड़ा वो मूव करता जो अपना सर्कल आप ब्रेक कराना है। मकैनिज़म के नाल तुहानूं पहलां दस्सिया सी रिलेज सीटी पीटी एरा वगैरह ये कुछ नहीं शो करता, बट वो सारा मकैनिज़म जोड़ा जो फॉल्ट पैंदा मकैनिज़म मूविंग कंटैक्ट नूं पिछे नूं मूव करवाउंदा है। ये जो सेंटर वाला पोर्शन बनया, लेकिन ये मूविंग कंटैक्ट है तो फिक्स कंटैक्ट है ये हॉलो ने। हॉलो मीनस ट्यूब, जो ट्यूब होंगी पाइप होंगे ना इस टाइप के ये शेप है। इन्होंने दोनों के उपरले उपरले पोर्शन जोड़े आ, उपरला पोर्शन जो इधरले पासे मूविंग कंटैक्ट ब्लैक होया तो उधरले पासे ब्लू होया, ये दोनों पोर्शन आपस में जुड़ते हैं क्योंकि पाइप है अंदरों हॉलो है। हॉलो होने करके खब्बे पासे नूं तुसीं जाओ, सामने बैठे हैं, तुहाडा खब्बा पासा जोड़ा आ देखो उत्थे गैस आउटलैट लिखा। हुण मतलब इस हॉलो पोर्शन दे विचों दी गैस होके इहदे थानी बाहर होके जिहड़ा आउटलैट चैंबर उहदे च जाएगी, उत्थों मॉडिफाई करके आपां नूं प्यूरीफाई करके फिर वापस उहनूं मेन चैंबर दे विच भेज दांगे। मतलब क्लोज्ड
ਜਿਹੜਾ ਸਰਕਟ ਬ੍ਰੇਕਰ ਪੂਰੀ ਤਰ੍ਹਾਂ ਕਲੋਜ਼ਡ ਹੁੰਦਾ ਹੈ, ਓਪਨ ਨਹੀਂ ਹੁੰਦਾ, ਓਪਨ ਟੂ 에ਅਰ ਨਹੀਂ ਹੈ। ਜਿੱਦਾਂ 에ਅਰ ਬਲਾਸਟ ਦੇ ਵਿੱਚ ਆਪਾਂ ਕੀਤੀ ਕਿ 에ਅਰ ਮਾਰਿਆ, ਸਾਰੇ ਦਾ ਸਾਰਾ ਬਲਾਸਟ ਜਿਹੜਾ 에ਅਰ 'ਚ ਭੇਜਦਾ, ਐਟਮੋਸਫੇਅਰ 'ਚ ਭੇਜਦਾ। ਇਹਦੇ ਵਿੱਚ ਇਸ ਤਰ੍ਹਾਂ ਨਹੀਂ ਆ। ਇਹਦੇ 'ਚ ਕਿਉਂਕਿ ਗੈਸ ਬਹੁਤ ਕੋਸਟਲੀ ਹੋਣ ਕਰਕੇ ਆਪਾਂ ਉਹੀ ਗੈਸ ਵਾਰ-ਵਾਰ ਯੂਜ਼ ਕਰਦੇ ਆ, ਇਸ ਕਰਕੇ ਜਿਹੜੀ ਇਹ ਸਾਰੇ ਦਾ ਸਾਰਾ ਪੋਰਸ਼ਨ ਜਿਹੜਾ ਕਲੋਜ਼ ਪੋਰਸ਼ਨ ਹੈ। ਬਟ ਆਪਾਂ ਸਿਰਫ ਇੰਟਰਨਲ ਪੋਰਸ਼ਨ ਥੋੜ੍ਹਾ ਦਿਖਾਇਆ ਹੋਇਆ, ਇਸ ਕਰਕੇ ਪੂਰੀ ਡਾਇਗਰਾਮ ਨਾ ਹੋਣ ਕਰਕੇ ਤੁਸੀਂ ਇਹ ਨਾ ਸਮਝੋ ਕਿ ਗੈਸ ਜਿਹੜੀ ਗੈਸ ਆਊਟਰ ਮੀਨਸ ਐਟਮੋਸਫੇਅਰ 'ਚ ਜਾਂਦੀ ਹੈ, ਐਟਮੋਸਫੇਅਰ 'ਚ ਨਹੀਂ ਜਾਂਦੀ, ਇਹ ਆਊਟਲੈਟ ਚੈਂਬਰ ਦੇ ਵਿੱਚ ਜਾਂਦੀ ਆ, ਉੱਥੋਂ ਫਿਰ ਟ੍ਰੀਟ ਕਰਕੇ ਆਪਾਂ ਵਾਪਸ ਜਿਹੜਾ ਰੈਜ਼ਰਵਾਇਰ ਉਹ 'ਚ ਭੇਜ ਦਿਆਂਗੇ। ਇਸ ਤਰ੍ਹਾਂ ਇਹਦੀ ਕੰਸਟਰਕਸ਼ਨ ਹੁੰਦੀ ਆ। ਹੁਣ ਆਪਾਂ ਪੜ੍ਹਦੇ ਹਾਂ, ਦੇਖੋ ਕਹਿੰਦਾ ਫਿਗਰ ਸ਼ੋਜ਼ ਆ ਪਾਰਟਸ ਆਫ ਏ ਟਿਪੀਕਲ SF6 ਸਰਕਟ ਬ੍ਰੇਕਰ। ਇਟ ਕੰਸਿਸਟਸ ਆਫ ਫਿਕਸਡ ਐਂਡ ਮੂਵਿੰਗ ਕੰਟੈਕਟਸ ਇਨਕਲੋਜ਼ਡ ਇਨ ਏ ਚੈਂਬਰ। ਜਿੱਦਾਂ ਮੈਂ ਤੁਹਾਨੂੰ ਹੁਣੇ ਸਮਝਾਇਆ, ਫਿਕਸ ਤੇ ਮੂਵਿੰਗ ਕੰਟੈਕਟ ਜਿਹੜੇ ਚੈਂਬਰ ਦੇ ਵਿੱਚ ਹੈਗੇ ਆ, ਬਾਹਰ ਨਹੀਂ ਆ, ਚੈਂਬਰ ਦੇ ਅੰਦਰ ਆਉਂਦੇ। ਚੈਂਬਰ ਕੀ ਆ? ਕਾਰਡ ਆਰਕ ਇੰਟਰਪਸ਼ਨ ਚੈਂਬਰ, ਜਿਹਨੂੰ ਆਪਾਂ ਆਰਕ ਇੰਟਰਪਸ਼ਨ ਚੈਂਬਰ ਕਹਿੰਦੇ ਹਾਂ। ਦੇਖੋ ਥੱਲੇ ਪਾਸੇ ਡਾਇਗਰਾਮ ਦੇ ਆਰਕ ਚੈਂਬਰ ਲਿਖਿਆ ਨਾ, ਉਹਦੀ ਗੱਲ ਕਰਦਾ, ਠੀਕ ਹੈ। ਕਹਿੰਦਾ ਦਿਸ ਚੈਂਬਰ ਇਜ਼ ਕਨੈਕਟਡ ਟੂ SF6 ਗੈਸ ਰੈਜ਼ਰਵਾਇਰ। ਜਿਹੜਾ ਮੈਂ ਉੱਪਰੋਂ ਤੁਹਾਨੂੰ ਦਿਖਾਇਆ ਪਾਈਪ ਆ, ਉਹਦੇ ਥਰੂ ਜਿਹੜਾ ਚੈਂਬਰ ਪੂਰਾ ਪੂਰਾ ਕਹਿੰਦਾ ਇੱਕ SF6 ਰੈਜ਼ਰਵਾਇਰ ਟੈਂਕ ਦੇ ਨਾਲ, ਰੈਜ਼ਰਵਾਇਰ ਮੀਨਸ ਟੈਂਕ, ਗੈਸ ਟੈਂਕ ਦੇ ਨਾਲ ਜੁੜਿਆ ਹੋਇਆ ਹੈਗਾ। ਕਹਿੰਦਾ ਵੈਨ ਦਾ ਕੰਟੈਕਟਸ ਆਫ ਬ੍ਰੇਕਰ ਆਰ ਓਪਨ, ਹੁਣ ਜਦੋਂ ਸਿਸਟਮ ਔਨ ਹੋਣਾ ਹੈਗਾ, ਮੀਨਸ ਜਦੋਂ ਫਾਲਟ ਕਰੰਟ ਪੈਣਾ ਹੈ ਤੇ ਉਸ ਰਿਲੇਜ਼ ਵਗੈਰਾ ਨੇ ਸਰਕਟ ਬ੍ਰੇਕਰ ਨੂੰ ਓਪਨ ਕਰਨਾ ਹੈਗਾ। ਕਹਿੰਦਾ ਵੈਨ ਦਾ ਕੰਟੈਕਟਸ ਆਫ ਬ੍ਰੇਕਰ ਆ ਓਪਨ, ਜਦੋਂ ਇਹ ਕਹਿੰਦਾ ਫਿਰ ਕੰਟੈਕਟ ਓਪਨ ਹੋਣੇ ਤਾਂ ਫਿਰ ਕੀ ਹੋਣਾ, ਦਾ ਵਾਲ ਮਕੈਨਿਜ਼ਮ ਪਰਮਿਟਸ ਏ ਹਾਈ ਪ੍ਰੈਸ਼ਰ SF6 ਗੈਸ ਫਰੋਮ ਦਾ ਰੈਜ਼ਰਵਾਇਰ ਟੂ ਫਲੋ ਟੂਵਰਡਸ ਦਾ ਆਰਕ ਇੰਟਰਪਸ਼ਨ ਚੈਂਬਰ। ਹੁਣ ਕਹਿੰਦਾ ਜਦੋਂ ਆਪਾਂ ਨਾਲ ਵਰਕਿੰਗ ਵੀ ਇਹਨੇ ਵਿੱਚ ਲਿਖੀ ਆ ਥੋੜ੍ਹੀ, ਕਹਿੰਦਾ ਜਦੋਂ ਕੰਟੈਕਟਸ ਓਪਨ ਹੁੰਦੇ ਸਰਕਟ ਬ੍ਰੇਕਰ ਦੇ ਤਾਂ ਇੱਕ ਮਕੈਨੀਕਲ ਸਿਸਟਮ ਦੇ ਨਾਲ ਵਾਲ SF6 ਗੈਸ ਦਾ ਵਾਲ ਆਪਣੇ ਆਪ ਓਪਨ ਹੋ ਜਾਂਦਾ, ਜਿਹੜਾ ਮਤਲਬ ਰੈਜ਼ਰਵਾਇਰ ਦੇ ਵਿੱਚੋਂ ਕਿੱਧਰੋਂ ਦੀ ਗੈਸ ਆਉਂਦੀ ਹੈ, ਉੱਪਰੋਂ ਪਾਸੇ ਜਿਹੜੀ ਆ ਆਰਕ ਚੈਂਬਰ ਵੱਲ ਨੂੰ ਫਲੋ ਕਰਦੀ ਹੈਗੀ ਗੈਸ। ਕਹਿੰਦਾ ਦਾ ਫਿਕਸ ਕੰਟੈਕਟ ਇਜ਼ ਏ ਹੋਲੋ ਸਿਲੈਂਡਰੀਕਲ ਕਰੰਟ ਕੈਰਿੰਗ ਕੰਟੈਕਟ। ਮੈਂ ਜਦੋਂ ਤੁਹਾਨੂੰ ਪਹਿਲਾਂ ਦੱਸਿਆ, ਕਹਿੰਦਾ ਫਿਕਸ ਕੰਟੈਕਟ ਇਜ਼ ਏ ਹੋਲੋ ਸਿਲੈਂਡਰੀਕਲ ਕਰੰਟ ਕੈਰਿੰਗ ਕੰਟੈਕਟ ਫਿਟਡ ਵਿਦ ਐਨ ਆਰਕ ਹੌਰਨ। ਜਦੋਂ ਮੈਂ ਪਹਿਲਾਂ ਸਮਝਾਇਆ, ਦੇਖੋ ਧਿਆਨ ਨਾਲ, ਫਿਰ ਉੱਧਰਲੇ ਪਾਸੇ ਡਾਇਗਰਾਮ 'ਚ ਫਿਕਸਡ ਮੈਂਬਰ ਜਿਹੜਾ ਆ ਉਹਦੇ ਵਿੱਚ ਆਰਕਿੰਗ ਹੌਰਨ ਬਣਿਆ ਤੇ ਫਿਕਸ ਕੀਤਾ ਹੋਇਆ ਆਪਾਂ ਕੰਟੈਕਟ ਜਿਹੜਾ ਉਹ ਚੈਂਬਰ ਦੇ ਵਿੱਚ, ਇਹ ਹੈ ਫਿਕਸ ਕੰਟੈਕਟ। ਕਹਿੰਦਾ ਮੂਵਿੰਗ ਕੰਟੈਕਟ ਇਜ਼ ਆਲਸੋ ਏ ਹੋਲੋ ਸਿਲੰਡਰ ਵਿਦ ਰੈਕਟੈਂਗੂਲਰ ਹੋਲਸ। ਦੇਖੋ ਉਹਨੇ ਮੈਂ ਤੁਹਾਨੂੰ ਸਮਝਾਇਆ ਸੀ, ਰੈਕਟੈਂਗੂਲਰ ਹੋਲਸ ਇਨ ਦਾ ਸਾਈਡਸ ਟੂ ਪਰਮਿਟ the SF6 gas to let out through these holes after flowing along and across the arc। ਕਹਿੰਦਾ ਕਿ ਹੁਣ ਜਿਹੜੀ ਹੈ ਇਹ ਆਊਟਲੈਟ ਮੂਵਿੰਗ ਕੰਟੈਕਟ ਇਹ ਵੀ ਹੋਲੋ ਹੈ, ਇਹਦੇ ਵਿੱਚ ਇੱਕ ਗੈਸ ਆਊਟਲੈਟ ਬਣਿਆ। ਕਹਿੰਦਾ ਇਹ ਗੈਸ ਆਊਟਲੈਟ ਕੀ ਕਰਦਾ ਕਿ ਜਦੋਂ ਕੰਟੈਕਟਸ ਜਿਹੜੇ ਬ੍ਰੇਕ ਹੁੰਦੇ ਹੈਗੇ ਆ, ਓਪਨ ਹੁੰਦੇ ਹੈਗੇ ਆ, ਤੇ ਜਿਹੜੀ ਗੈਸ ਆਉਂਦੀ ਹੈਗੀ ਆ, ਗੈਸ ਕਹਿੰਦਾ ਥਰੂ ਹੋਲਸ ਆਫਟਰ ਫਲੋਇੰਗ। ਦੇਖੋ ਲਾਈਨ ਦੇ ਵਿੱਚ ਲਿਖਿਆ ਆਫਟਰ ਫਲੋਇੰਗ ਅਲੋਂਗ ਐਂਡ ਅਕਰੋਸ ਦਾ ਆਰਕ, ਮਤਲਬ ਪਹਿਲਾਂ ਆਰਕ ਦੇ ਕ੍ਰੋਸ ਵੱਜਦੀ, ਮਤਲਬ ਆਰਕ ਦੇ ਉੱਤੇ ਵੱਜਦੀ ਆ, ਫਿਰ ਆਰਕ ਜਿੱਦਾਂ ਨੂੰ ਲੈਂਥ ਆਰਕ ਦੀ ਇਨਕਰੀਜ਼ ਹੁੰਦੀ ਆ ਉੱਧਰ ਨੂੰ ਹੀ ਗੈਸ ਵਾਪਸ ਜਾਂਦੀ। ਦੇਖੋ ਆਰਕ ਉੱਪਰੋਂ ਆਈ, ਇਹ ਹੈ ਕ੍ਰੋਸ, ਹੁਣ ਆਰਕ ਨੂੰ ਕ੍ਰੋਸ ਕਰੂਗੀ ਨਾ ਗੈਸ, ਆਰਕ ਦੇ ਕ੍ਰੋਸ ਵਾਈਜ਼ ਵੱਜੀ ਤੇ ਨਾਲ ਹੀ ਉਹਨੇ ਆਰਕ ਨੂੰ ਐਕਸਪੈਂਡ ਕਰ ਦਿੱਤਾ, ਉਹਦੇ ਜਿੱਧਰ ਨੂੰ ਆਰਕ ਜਾ ਰਹੀ ਆ ਉਸੇ ਆਰਕ ਲਾਈਨ ਦੇ ਵਿੱਚ ਉਹਨੂੰ ਹੋਰ ਐਕਸਪੈਂਡ ਕਰਤਾ। ਮਤਲਬ ਜਿਹੜਾ ਤੁਸੀਂ ਪਹਿਲਾਂ ਰੇਡੀਅਲ 에ਅਰ ਬਲਾਸਟ ਸਰਕਟ ਬ੍ਰੇਕਰ ਪੜ੍ਹੀ ਸੀ ਨਾ, ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਆਰਕ ਜਿਹੜੀ ਆ ਕ੍ਰੋਸ ਵੱਜਦੀ ਆ, ਪਰ ਜਾਂਦੀ ਕਿੱਧਰ ਨੂੰ ਆ, ਰੇਡੀਅਲ ਵਾਲੇ ਪਾਸੇ ਨੂੰ, ਮਤਲਬ ਜਿੱਧਰ ਨੂੰ ਆਰਕ ਦੀ ਲੈਂਥ ਇਨਕਰੀਜ਼ ਹੁੰਦੀ ਉੱਧਰ ਨੂੰ ਚੱਲ ਜਾਂਦੀ ਆ। ਲੇਕਿਨ ਕ੍ਰੋਸ ਬਲਾਸਟ ਅਗਰ ਹੁੰਦਾ, ਇਹ ਮੰਨ ਲਓ ਜੇ ਕ੍ਰੋਸ ਬਲਾਸਟ ਹੁੰਦਾ ਫਿਰ ਕੀ ਹੋਣਾ ਸੀ, ਆਰਕ ਨੇ ਵੱਜ ਕੇ ਬਿਲਕੁਲ ਕ੍ਰੋਸ ਕਰ ਦੇਣਾ ਸੀ, ਮਤਲਬ ਜਿਹੜਾ ਉਹਦੀ ਆਰਕ ਦੀ ਲੈਂਥ ਆ ਉਹ ਕ੍ਰੋਸ ਵਾਈਜ਼ ਵਧਣੀ ਸੀ। ਬਟ ਇਹਦੇ ਵਿੱਚ ਕ੍ਰੋਸ ਵਾਈਜ਼ ਨਹੀਂ ਵਧ ਰਹੀ, ਰੇਡੀਅਲ ਮੀਨਸ ਹੋਲੋ ਜਿਹੜਾ ਸਿਲੰਡਰੀਕਲ ਦੋਨੇ ਪੋਰਸ਼ਨ ਹੈਗੇ ਫਿਕਸ ਤੇ ਮੂਵਿੰਗ ਕੰਟੈਕਟ, ਉੱਧਰ ਨੂੰ ਆਰਕ ਜਿਹੜੀ ਆ ਉਹ ਮੂਵ ਕਰ ਜਾਂਦੀ ਆ ਤੇ ਆਊਟਲੈਟ ਗੈਸਿਸ ਦੇ ਵਿੱਚੋਂ ਦੀ ਇਹ ਬਾਹਰ ਨਿਕਲ ਜਾਂਦੀ ਹੈਗੀ ਆ। ਹੁਣ ਹੈ ਵਰਕਿੰਗ ਦੇ ਵਿੱਚ ਵੀ ਤੁਸੀਂ ਦੇਖੋ, ਆਪਾਂ ਉਹੀ ਡਾਇਗਰਾਮ ਫਿਰ ਬਣਾਈ ਹੋਈ ਹੈ ਤੁਹਾਡੇ ਸਮਝਣ ਲਈ। ਸਾਈਡ 'ਤੇ ਡਾਇਗਰਾਮ ਨੂੰ ਸਮਝਣ ਦੀ ਲੋੜ ਨਹੀਂ ਕਿਉਂਕਿ ਸਾਰੀ ਸੂਈ ਆਲਰੇਡੀ ਸਮਝੀ ਹੋਈ ਆ। ਆਪਾਂ ਸਿਰਫ ਇਹਦੇ ਵਿੱਚ ਦੇਖਦੇ ਹਾਂ ਕਿ ਵਰਕਿੰਗ ਇਹਦੀ ਕੀਤੀ ਆ। ਕਹਿੰਦਾ ਇਨ ਦਾ ਕਲੋਜ਼ ਪੋਜੀਸ਼ਨ ਆਫ ਬ੍ਰੇਕਰ ਦਾ ਕੰਟੈਕਟਸ remain surrendered by SF6 gas at a pressure of about 2.8 kg per centimeter square। ਕਹਿੰਦਾ ਕਿ ਜਦੋਂ ਕੰਟੈਕਟਸ ਜਿਹੜੇ ਆ ਉਹ ਬ੍ਰੇਕਰ ਦੇ ਜੁੜੇ ਹੁੰਦੇ ਆਪਸ ਜੁੜੇ ਹੈਗੇ ਆ ਤਾਂ ਉਹਨਾਂ ਦੇ ਆਲੇ ਦੁਆਲੇ ਜਿਹੜੀ ਗੈਸ ਦਾ ਪ੍ਰੈਸ਼ਰ ਆ ਉਹ ਆਪਾਂ ਰੱਖਦੇ ਆ 2.8 kg ਪਰ ਸੈਂਟੀਮੀਟਰ ਸਕੁਅਰ, 2.8 kg, ਠੀਕ ਹੈ ਜੀ। ਇੰਨਾ ਪ੍ਰੈਸ਼ਰ ਮੇਨਟੇਨ ਰੱਖ ਕੇ ਆਪਾਂ ਦੋਨੇ ਕੰਟੈਕਟਸ ਆਪਸ ਜੋੜੇ ਹੋਏ ਆ। ਕਹਿੰਦਾ ਵੈਨ ਬ੍ਰੇਕਰ ਓਪਰੇਟਸ, ਹੁਣ ਫਾਲਟ ਪਿਆ, ਬ੍ਰੇਕਰ ਨੇ ਆਪਰੇਟ ਹੋਇਆ ਬ੍ਰੇਕਰ। ਕਹਿੰਦਾ ਦਾ ਮੂਵਿੰਗ ਕੰਟੈਕਟ ਇਜ਼ ਪੁਲਡ ਅਪਾਰਟ ਐਂਡ ਐਨ ਆਰਕ ਇਜ਼ ਸਟਕ ਬਿਟਵੀਨ ਦਾ ਕੰਟੈਕਟਸ। ਨੈਚੁਰਲ ਹੈ ਕਿ ਫਾਲਟ ਪਏਗਾ, ਮੂਵਿੰਗ ਕੰਟੈਕਟ ਮੂਵ ਕਰੇਗਾ ਤਾਂ ਉਹਨਾਂ ਦੋਨਾਂ ਕੰਟੈਕਟਸ ਦੇ ਇਨ ਬਿਟਵੀਨ ਜਿਹੜੀ ਇੱਕ ਆਰਕ ਪੈਦਾ ਹੋ ਜਾਏਗੀ। The movement of moving contact is synchronized with the opening of valve which permits
SF6 gas at 14 kg per centimeter ਸਕੇਅਰ ਪ੍ਰੈਸ਼ਰ ਫਰੋਮ ਦਾ ਰੈਜ਼ਰਵਾਇਰ ਟੂ ਆਰਕ ਇੰਟਰਪਸ਼ਨ ਚੈਂਬਰ। ਹੁਣ ਕਿਹਾ ਕਹਿੰਦਾ ਕਿ ਜਦੋਂ ਹੀ ਮੂਵਮੈਂਟ ਹੋਈ ਕਿਹਦੀ ਮੂਵਿੰਗ ਕੰਟੈਕਟ ਦੀ, ਇਸ ਕੰਟੈਕਟ ਨੂੰ ਆਪਾਂ ਸਿੰਕਰੋਨਾਈਜ਼ ਕੀਤਾ ਹੈਗਾ ਓਪਨਿੰਗ ਵਾਲ ਦੇ ਨਾਲ। ਜਿਹੜਾ ਰੈਜ਼ਰਵਾਇਰ ਦਾ ਓਪਨਿੰਗ ਵਾਲ 'ਚ ਸ਼ੋ ਨਹੀਂ ਕਰ ਰਿਹਾ, ਰੈਜ਼ਰਵਾਇਰ ਦਾ ਓਪਨਿੰਗ ਵਾਲ ਆ ਉਹਦੇ ਨਾਲ ਆਪਾਂ ਇਹਨੂੰ ਸਿੰਕਰੋਨਾਈਜ਼ ਮਤਲਬ ਦੋਨੇ ਆਪਸ 'ਚ ਇਸ ਤਰ੍ਹਾਂ ਜੁੜੇ ਹੋਏ ਆ ਕਿ ਜਦੋਂ ਮੂਵਿੰਗ ਕੰਟੈਕਟ ਓਪਨ ਹੋਏਗਾ ਨਾਲ ਲੱਗਦਾ ਉਸ ਇਮੀਡੀਏਟਲੀ ਜਿਹੜਾ ਸਾਡਾ ਗੈਸ ਦਾ ਜਿਹੜਾ ਵਾਲ ਹੈ ਇਨਲੈਟ ਵਾਲ ਹੈ ਉਹ ਵੀ ਓਪਨ ਹੋ ਜਾਏਗਾ। ਅਤੇ ਕਿੰਨਾ ਪ੍ਰੈਸ਼ਰ ਦੇ ਨਾਲ ਗੈਸ ਆਏਗੀ ਦੇਖੋ 14 kg ਪਰ ਸੈਂਟੀਮੀਟਰ ਸਕੁਅਰ। ਪਹਿਲਾਂ ਕਿੰਨੀ ਸੀ 2.8 kg ਪਹਿਲਾਂ ਅੰਦਰਲੇ ਪਾਸੇ ਫਲੋ ਕਰਦਾ ਸੀ ਜਦੋਂ ਕੰਟੈਕਟਸ ਜਿਹੜੇ ਆ ਉਹ ਜੁੜੇ ਹੋਏ ਸੀ ਆਪਸ ਦੇ ਵਿੱਚ, ਤਾਂ 2.8 kg ਪ੍ਰੈਸ਼ਰ ਸੀਗਾ ਗੈਸ ਦਾ। ਪਰ ਜਦੋਂ ਹੀ ਕੰਟੈਕਟ ਮੂਵ ਕੀਤੇ ਤਾਂ ਇੱਕ ਹਾਈ ਪ੍ਰੈਸ਼ਰ 14 kg ਪਰ ਸੈਂਟੀਮੀਟਰ ਸਕੁਅਰ ਦੇ ਪ੍ਰੈਸ਼ਰ ਨਾਲ ਰੈਜ਼ਰਵਾਇਰ ਦੇ ਵਿੱਚੋਂ ਗੈਸ ਜਿਹੜੀ ਐਂਟਰ ਕਰੇਗੀ ਔਰ ਕਿੱਧਰ ਐਂਟਰ ਕਰੇਗੀ ਇੰਟਰਪਸ਼ਨ ਚੈਂਬਰ ਦੇ ਵਿੱਚ, ਜਿਹੜਾ ਇੰਟਰਪਸ਼ਨ ਆਰਕ ਚੈਂਬਰ ਜਿਹਨੂੰ ਕਹਿੰਦੇ ਆਪਾਂ ਉਹਦੇ ਵਿੱਚ ਐਂਟਰ ਕਰੇਗੀ ਦੇਖੋ ਹਾਈ ਪ੍ਰੈਸ਼ਰ ਨਾਲ। ਕਹਿੰਦਾ ਦਾ ਹਾਈ ਪ੍ਰੈਸ਼ਰ ਫਲੋ ਆਫ ਸਲਫਰ ਹੈਕਸਾਫਲੋਰਾਈਡ ਸਰਕਟ ਬ੍ਰੇਕਰ ਰੈਪਿਡਲੀ ਅਬਜ਼ੋਰਬ ਦਾ ਫ੍ਰੀ ਇਲੈਕਟ੍ਰੋਨਸ ਇਨ ਦਾ ਆਰਕ ਪਾਥ। ਹੁਣ ਕਹਿੰਦਾ ਜਦੋਂ ਇੰਨੇ ਹਾਈ ਪ੍ਰੈਸ਼ਰ ਨਾਲ ਗੈਸ ਅੰਦਰ ਐਂਟਰ ਕਰੇਗੀ ਤਾਂ ਉਹ ਕੀ ਕਰੇਗੀ, ਜਿੰਨੇ ਵੀ ਜਿਹੜੇ ਇਲੈਕਟ੍ਰੋਨਸ ਆ ਜਿਹੜੇ ਸਰਕਟ ਬ੍ਰੇਕਰ ਦੀ ਆਰਕ ਦੇ ਵਿੱਚ ਮੂਵ ਕਰੇ ਫ੍ਰੀ ਇਲੈਕਟ੍ਰੋਨ ਜਿਹੜੇ ਆ ਉਹਨਾਂ ਨੂੰ ਅਬਜ਼ੋਰਬ ਕਰ ਲੇਗੀ ਟੂ ਫਾਰਮ ਇਮੂਵੇਬਲ ਨੈਗੇਟਿਵ ਆਇਨਸ ਵਿਚ ਆਰ ਇਨਫੈਕਟਿਵ ਐਜ਼ ਚਾਰਜ ਕੈਰੀਅਰਸ। ਜਿਹੜੇ ਕਹਿੰਦਾ ਕਿ ਮੂਵ ਕਰੇਗੀ ਜਦੋਂ ਗੈਸ ਇਹਦੇ ਵਿੱਚ ਐਂਟਰ ਕਰੇਗੀ ਤਾਂ ਉਹ ਸਾਰੇ ਉਹ ਇਲੈਕਟ੍ਰੋਨਸ ਜਿਹਨਾਂ ਕਰਕੇ ਸਾਡੀ ਆਰਕ ਜਿਹੜੀ ਆ ਉਹ ਮਤਲਬ ਕ੍ਰੀਏਟ ਹੋ ਸਕਦੀ, ਕ੍ਰੀਏਟ ਤਾਂ ਹੈਗੀ ਆ, ਕੰਟੀਨਿਊ ਰਹਿ ਸਕਦੀ ਆ। ਉਹ ਜਿਹੜੇ ਆਰਕ ਜਿੰਨੇ ਵੀ ਇਲੈਕਟ੍ਰੋਨਸ ਹੁੰਦੇ ਸਾਰੀ ਉਹ ਗੈਸ ਜਿਹੜੀ ਇਹ ਅਬਜ਼ੋਰਬ ਕਰ ਲੈਂਦੀ ਹੈਗੀ ਆ। ਉਹਦੇ ਨਾਲ ਕੀ ਅੱਗੇ ਹੁੰਦਾ ਦਾ ਰਿਜ਼ਲਟ ਇਜ਼ ਦੈਟ ਦਾ ਮੀਡੀਅਮ ਬਿਟਵੀਨ ਦਾ ਕੰਟੈਕਟ ਕੁਇਕਲੀ ਬਿਲਡ ਅਪ ਹਾਈ ਡਾਇਲੈਕਟ੍ਰਿਕ ਸਟਰੈਂਥ। ਹੁਣ ਕਹਿੰਦਾ ਕਿ ਜਦੋਂ ਸਾਰੇ ਇਲੈਕਟ੍ਰੋਨਸ ਹੀ ਵਿੱਚੋਂ ਅਬਜ਼ੋਰਬ ਹੋ ਜਾਣਗੇ ਤਾਂ ਜਿਹੜਾ ਉਹ ਇਨ ਬਿਟਵੀਨ ਮੀਡੀਅਮ ਹੈ, ਕਿਹੜਾ ਮੀਡੀਅਮ ਹੈ ਉਹ ਹੈ ਗੈਸ। ਜਦੋਂ ਗੈਸ ਸਾਰੇ ਇਲੈਕਟ੍ਰੋਨਸ ਆਪਸ 'ਚ ਅਬਜ਼ੋਰਬ ਕਰ ਲੇਗੀ ਤਾਂ ਕਹਿੰਦਾ ਉਹਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਆ ਇਨ ਬਿਟਵੀਨ ਦਾ ਆਰਕ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਆ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਏਗੀ ਐਂਡ ਕਾਜ਼ਿਜ਼ ਦਾ ਐਕਸਟਿੰਕਸ਼ਨ ਆਫ ਆਰਕ। ਅਤੇ ਉਹ ਜਿਹੜੀ ਆਰਕ ਨੂੰ ਉਹ ਕਾਜ਼ ਬਣੇਗੀ ਆਰਕ ਨੂੰ ਠੰਡਾ, ਕਿਉਂਕਿ ਜਦੋਂ ਆਰਕ ਦੇ ਇਨ ਬਿਟਵੀਨ ਇੰਸੂਲੇਸ਼ਨ ਹੀ ਆ ਗਈ ਤਾਂ ਕਰੰਟ ਹੀ ਨਹੀਂ ਫਲੋ ਕਰੇਗਾ। ਜੋ ਕਰੰਟ ਨਹੀਂ ਫਲੋ ਕਰੇਗਾ ਤਾਂ ਨੈਚੁਰਲ ਆਰਕ ਜਿਹੜੀ ਆ ਉਹ ਖਤਮ ਹੋ ਜਾਏਗੀ। ਕਹਿੰਦਾ ਆਫਟਰ ਦਾ ਬ੍ਰੇਕਰ ਆਪਰੇਸ਼ਨ that is after arc extension the valve is closed by the action of a set of spring। ਕਹਿੰਦਾ ਜਦੋਂ ਪੂਰੀ ਆਰਕ ਖਤਮ ਹੋ ਜਾਏਗੀ ਨਾਰਮਲ ਕੰਡੀਸ਼ਨ ਆਏਗੀ ਤਾਂ ਆਟੋਮੈਟਿਕਲੀ ਜਿਹੜਾ ਆ ਗੈਸ ਪ੍ਰੈਸ਼ਰ ਜਿਹੜਾ ਪਿਛਲਾ ਉਹਦਾ ਜਿਹੜਾ ਵਾਲ ਆ ਸਪਰਿੰਗ ਐਕਸ਼ਨ ਦੇ ਨਾਲ ਆਪਣੇ ਆਪ ਹੀ ਬੰਦ ਹੋ ਜਾਏਗਾ। ਇਸ ਤਰ੍ਹਾਂ ਦੀ ਸਰਕਟ ਬ੍ਰੇਕਰ ਦੀ ਵਰਕਿੰਗ ਹੈਗੀ SF6 ਗੈਸ। ਮਤਲਬ ਦੇਖੋ ਹੈ ਇਹ 에ਅਰ ਬਲਾਸਟ ਸਰਕਟ ਬ੍ਰੇਕਰ ਵਾਂਗੂ ਹੀ ਆ। ਦੇਖੋ ਆਪਾਂ ਬਾਹਰੋਂ ਪ੍ਰੈਸ਼ਰ ਐਂਟਰ ਕੀਤਾ, ਕਰੰਟ ਦਾ ਕੋਈ ਲਿੰਕ ਨਹੀਂ ਆ, ਲੋ ਕਰੰਟ ਆ ਹਾਈ ਕਰੰਟ ਆ, ਦੋਨੇ ਕੰਡੀਸ਼ਨ ਦੇ ਵਿੱਚ ਜਿਹੜੀ ਗੈਸ ਆ ਪੂਰੇ ਪ੍ਰੈਸ਼ਰ ਨਾਲ ਅੰਦਰ ਐਂਟਰ ਕਰੇਗੀ। ਇਸ ਕਰਕੇ ਇਹ ਸਰਕਟ ਬ੍ਰੇਕਰ ਕਿਤੇ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਲੋ ਕਰੰਟ ਲਈ ਵੀ ਯੂਜ਼ ਕਰ ਸਕਦੇ ਹਾਂ, ਬਟ ਲੋ ਕਰੰਟ ਲਈ ਇਕਨੋਮਿਕਲੀ ਨਾ ਹੋਣ ਕਰਕੇ ਲੋ ਕਰੰਟਸ ਦੇ ਵਿੱਚ ਆਪਾਂ 에ਅਰ ਯੂਜ਼ ਕਰਦੇ ਹਾਂ। ਅਤੇ ਜਿਹਦੇ ਮਤਲਬ ਹਾਈ ਵੋਲਟੇਜ ਅਤੇ ਹਾਈ ਕਰੰਟਸ ਹੁੰਦੇ ਹੈਗੇ ਆ, ਹਾਈ ਪਾਵਰ ਹੁੰਦੀ ਆ, ਉੱਥੇ ਆਪਾਂ SF6 ਗੈਸ ਜਿਹੜੀ ਆ ਉਹ ਯੂਜ਼ ਕਰਦੇ ਹੈਗੇ ਆ। ਐਡਵਾਂਟੇਜਿਸ ਦੇ ਵਿੱਚ ਦੇਖੋ ਕੀ ਕਹਿੰਦਾ ਡਿਊ ਟੂ ਦਾ ਸੁਪੀਰੀਅਰ ਆਰਕ ਕੁਇੰਚਿੰਗ ਪ੍ਰੋਪਰਟੀਜ਼ ਆਫ SF6 ਗੈਸ ਦਾ SF6 circuit breakers have many advantages over oil or air circuit breaker। ਕਹਿੰਦਾ oil 에ਅਰ ਸਰਕਟ ਬ੍ਰੇਕਰ ਦੇ ਵਿੱਚ ਕਿਉਂਕਿ SF6 ਗੈਸ ਦੀ ਕੁਇੰਚਿੰਗ ਪ੍ਰੋਪਰਟੀ ਜਿਹੜੀ ਵਧੀਆ ਹੈਗੀ ਆ ਕਿ ਇਸ ਕਰਕੇ ਇਹਦੀਆਂ ਕਹਿੰਦੇ ਐਡਵਾਂਟੇਜਿਸ ਹੈਗੀਆਂ ਕੁਛ ਇੱਕ ਜਿਹੜੀਆਂ ਕਿ ਥੱਲੇ ਦਿੱਤੀਆਂ ਗਈਆਂ। ਨੰਬਰ 1 ਪਹਿਲੀ ਐਡਵਾਂਟੇਜ ਕੀ ਆ, ਡਿਊ ਟੂ ਦਾ ਸੁਪੀਰੀਅਰ ਆਰਕ ਕੁਇੰਚਿੰਗ ਪ੍ਰੋਪਰਟੀ ਆਫ SF6 ਸਚ ਸਰਕਟ ਬ੍ਰੇਕਰ ਹੈਵ ਵੈਰੀ ਸ਼ਾਰਟ ਆਰਕਿੰਗ ਟਾਈਮ। ਸਭ ਤੋਂ ਪਹਿਲੀ ਪ੍ਰੋਪਰਟੀ ਦੇਖੋ ਬਹੁਤ ਜ਼ਰੂਰੀ, ਜਿਹੜੀ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਕਹਿੰਦਾ ਸੁਪੀਰੀਅਰ ਕੁਆਲਿਟੀ ਹੈਗੀ ਕੁਇੰਚਿੰਗ ਦੀ, ਜਿੱਦਾਂ ਦੱਸਿਆ ਕਿ ਜਿਹੜੇ ਫ੍ਰੀ ਇਲੈਕਟ੍ਰੋਨਸ ਜਿਹੜੇ ਉਹ ਅਬਜ਼ੋਰਬ ਕਰ ਲੈਂਦੀ ਸਾਰੇ ਦੀ ਸਾਰੀ ਗੈਸ ਜਿਹੜੀ ਆ। ਇਸ ਕਰਕੇ ਇਹਦੀ ਕਹਿੰਦਾ ਜਿਹੜਾ ਟਾਈਮਿੰਗ ਹੈ ਬਹੁਤ ਜਲਦੀ, ਮਤਲਬ ਇਹਦੇ ਜਿਹੜੇ ਸਰਕਟ ਬ੍ਰੇਕਰ ਆ ਇਹ ਆਪਰੇਟ ਕਰ ਜਾਂਦੇ ਹੈਗੇ ਆਇਲ ਨਾਲੋਂ ਅਤੇ ਏਅਰ ਨਾਲੋਂ ਜਲਦੀ ਆਪਰੇਟ ਕਰਦੇ ਹੈਗੇ ਆ। ਦੂਜੀ ਐਡਵਾਂਟੇਜ ਕਹਿੰਦਾ ਸਿੰਸ ਦਾ ਡਾਇਲੈਕਟ੍ਰਿਕ ਸਟਰੈਂਥ ਆਫ SF6 ਗੈਸ ਇਜ਼ 2 to 3 times ਦੈਟ ਆਫ ਏਅਰ ਨਾਲੋਂ 2 ਤੋਂ 3 ਗੁਣਾ ਵਧੀਆ ਇਹਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੈਗੀ ਆ। ਇਸ ਕਰਕੇ ਕਹਿੰਦਾ ਸੱਚ ਬ੍ਰੇਕਰਸ ਕੈਨ ਇੰਟਰਪਟ ਮੱਚ ਲਾਰਜਰ ਕਰੰਟਸ। ਕਹਿੰਦਾ ਇਸ ਕਰਕੇ ਜ਼ਿਆਦਾ ਲਾਰਜਰ ਕਰੰਟ ਜਿਹੜਾ ਉਹ ਡਾਇਲੈਕਟ੍ਰਿਕ ਸਟਰੈਂਥ ਮੀਨਸ ਉਹਦੀ ਇੰਸੂਲੇਸ਼ਨ ਪ੍ਰੋਪਰਟੀ ਨਾ ਜਿੰਨੀ ਜ਼ਿਆਦਾ ਹੋਏਗੀ ਉਨਾ ਆਪਾਂ ਕਰੰਟ ਜ਼ਿਆਦਾ ਜਿਹੜਾ ਉਹ ਇੰਟਰਪਟ ਕਰਵਾ ਸਕਾਂਗੇ। ਤੀਜੀ ਪ੍ਰੋਪਰਟੀ ਹੈ ਕਹਿੰਦਾ SF6 ਸਰਕਟ ਬ੍ਰੇਕਰ ਗਿਵ ਨੋਇਸਲੈਸ ਆਪਰੇਸ਼ਨ ਡਿਊ ਟੂ ਇਟਸ ਕਲੋਜ਼ਡ ਗੈਸ ਸਰਕਟ ਐਂਡ ਨੋ ਐਗਜ਼ੌਸਟ ਟੂ ਐਟਮੋਸਫੇਅਰ ਲਾਈਕ ਦਾ ਏਅਰ ਬਲਾਸਟ ਸਰਕਟ। ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਏਅਰ ਬਲਾਸਟ ਸਰਕਟ ਬ੍ਰੇਕਰ ਮੋਰਿਓਂ ਓਪਨ ਹੁੰਦੇ ਆ, ਮਤਲਬ ਏਅਰ ਦਾ ਜਦੋਂ ਬਲਾਸਟ ਵੱਜਦਾ ਤਾਂ ਉਹ ਜਿਹੜਾ ਐਟਮੋਸਫੇਅਰ ਦੇ ਵਿੱਚ ਜਾਂਦਾ ਹੈਗਾ। ਅਤੇ ਲੇਕਿਨ SF6 ਜਿਹੜਾ ਹੈ ਕਲੋਜ਼ ਮਤਲਬ ਹੁੰਦਾ ਹੈਗਾ, ਇਹਦੇ ਵਿੱਚ ਕੋਈ ਵੀ
ਜਿਹਦਾ ਮਤਲਬ ਗੈਸ ਜਿਹੜੀ ਉਹ ਬਾਹਰ ਨਹੀਂ ਜਾਂਦੀ, ਕਿਉਂਕਿ ਕਲੋਜ਼ ਸਰਕਟ ਹੈਗਾ ਗੈਸ ਦਾ, ਇਸ ਕਰਕੇ ਇਹ ਜਿਹੜਾ ਸਾਊਂਡਲੈਸ ਹੁੰਦੇ ਆ, ਇਹਦੇ ਵਿੱਚ ਆਵਾਜ਼ ਨਹੀਂ ਆਉਂਦੀ। ਹੁਣ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿੱਥੇ FS6 ਗੈਸ ਸਰਕਟ ਬ੍ਰੇਕਰ ਲੱਗਾ ਹੋਇਆ, ਕਿਤੇ 에ਅਰ ਬਲਾਸਟ ਸਰਕਟ ਬ੍ਰੇਕਰ ਅਗਰ ਲੱਗਾ ਹੋਇਆ, ਅਗਰ 에ਅਰ ਬਲਾਸਟ ਸਰਕਟ ਬ੍ਰੇਕਰ ਓਪਨ ਹੋਏਗਾ ਤਾਂ ਇੱਕ ਬਹੁਤ ਜ਼ੋਰ ਦੀ ਆਵਾਜ਼ ਆਏਗੀ, ਠੀਕ ਹੈ, ਸਾਊਂਡ ਦੀ। ਬਟ ਜਿੱਥੇ SF6 ਲੱਗਾ ਹੋਏਗਾ, ਆਵਾਜ਼ ਆਏਗੀ ਤਾਂ ਜਸਟ ਆਪਰੇਸ਼ਨ ਦੀ ਆਏਗੀ, ਆਪਰੇਟ ਹੋਇਆ ਸਰਕਟ ਬ੍ਰੇਕਰ, ਨਾ ਕਿ ਸਾਊਂਡ ਜਿਹੜੀ ਆ ਇੰਨੀ ਉੱਚੀ ਆਵਾਜ਼ ਆਏਗੀ, ਕਿਉਂਕਿ ਸਾਰੇ ਦਾ ਸਾਰਾ ਸਰਕਟ ਜਿਹੜਾ ਉਹ ਸਰਕਟ ਬ੍ਰੇਕਰ ਜਿਹੜਾ ਉਹ ਕਲੋਜ਼ ਹੈਗਾ ਆ। ਚੌਥਾ ਕਹਿੰਦਾ ਦਾ ਕਲੋਜ਼ਡ ਗੈਸ ਇਨਕਲੋਜ਼ਰ ਕੀਪਸ ਦਾ ਇੰਟੀਰੀਅਰ ਡਰਾਈ ਸੋ ਦੈਟ ਦੇਅਰ ਇਜ਼ ਨੋ ਮੋਇਸਚਰ ਪ੍ਰੋਬਲਮ। ਕਿਉਂਕਿ ਸਰਕਟ ਬ੍ਰੇਕਰ ਓਪਨ ਹੀ ਨਹੀਂ ਆ, ਇਸ ਕਰਕੇ ਮੋਇਸਚਰ ਦੀ ਜਿਹੜੀ ਆ ਪ੍ਰੋਬਲਮ ਨਹੀਂ ਹੈਗੀ। ਕਹਿੰਦਾ ਦੇਅਰ ਨੋ ਰਿਸਕ ਆਫ ਫਾਇਰ ਐਜ਼ ਸਚ ਸਰਕਟ ਬ੍ਰੇਕਰ ਬਿਕੋਜ਼ SF6 ਗੈਸ ਇਜ਼ ਨੋਨ ਇਨਫਲੇਮੇਬਲ। ਜਿਹੜੀ ਰਿਸਕ ਆਫ ਫਾਇਰ ਜਿਹੜਾ ਉਹ ਇਹਦੇ ਵਿੱਚ ਬਿਲਕੁਲ ਖਤਮ ਹੋ ਗਿਆ, ਕਿਉਂਕਿ ਗੈਸ ਜਿਹੜੀ ਹੈ ਨੋਨ ਇਨਫਲੇਮੇਬਲ ਹੈ, ਗੈਸ ਨੂੰ ਅੱਗੇ ਨਹੀਂ ਪੈਂਦੀ ਹੈਗੀ। ਇਹ ਵੀ ਇੱਕ ਪ੍ਰੋਪਰਟੀ ਇਹਦੀ ਹੈ, ਉਹਦੇ ਕਰਕੇ ਇਹਦੀ ਐਡਵਾਂਟੇਜ ਬਣ ਗਈ। ਛੇਵਾਂ ਕਹਿੰਦਾ ਦੇਅਰ ਇਜ਼ ਨੋ ਕਾਰਬਨ ਡਿਪੋਜ਼ਿਟ ਸੋ ਦੈਟ ਟਰੈਕਿੰਗ ਐਂਡ ਇੰਸੂਲੇਸ਼ਨ ਪ੍ਰੋਬਲਮ ਆਰ ਲਿਮਿਟਡ। ਹੁਣ ਮਤਲਬ ਕਿਉਂਕਿ ਕਾਰਬਨ ਹੀ ਨਹੀਂ ਜੰਮੇਗੀ ਕੰਟੈਕਟਸ ਦੇ ਉੱਪਰ, ਕਿਉਂਕਿ ਕੰਟੈਕਟ ਦੀ ਬਰਨਿੰਗ ਹੋਏਗੀ ਇਮੀਡੀਏਟਲੀ, ਨਾਲ ਹੀ ਮਤਲਬ ਜਿਹੜਾ ਉਹ ਸਰਕਟ ਬ੍ਰੇਕਰ ਟ੍ਰਿਪ ਕਰ ਗਿਆ। ਇਸ ਕਰਕੇ ਜਿਹੜੇ ਕੰਟੈਕਟਸ ਹੈ, ਜਿਹੜੇ ਟਿਪਸ ਨੇ, ਉਹਦੀਆਂ ਟਰੈਕਿੰਗ ਨਹੀਂ ਹੋਏਗੀ ਅਤੇ ਇੰਸੂਲੇਸ਼ਨ ਪ੍ਰੋਬਲਮ ਜਿਹੜੀ ਉਹ ਸਾਡੀ ਖਤਮ ਹੋ ਜਾਏਗੀ। ਕਹਿੰਦਾ SF6 ਬ੍ਰੇਕਰਸ ਹੈਵ ਲੋ ਮੇਨਟੇਨੈਂਸ ਕਾਸਟ, ਲਾਈਟ ਫਾਊਂਡੇਸ਼ਨ ਰਿਕੁਆਇਰਮੈਂਟਸ ਐਂਡ ਮਿਨੀਮਮ ਐਗਜ਼ਿਲਰੀ ਰਿਕੁਆਇਰਮੈਂਟਸ। ਕਿਉਂਕਿ ਇੰਟਰਨਲ ਸਾਰਾ ਸਰਕਟ ਕਲੋਜ਼ ਹੈਗਾ, ਇਸ ਕਰਕੇ ਕਹਿੰਦਾ ਫਾਊਂਡੇਸ਼ਨ ਵੀ ਇੰਨੀ ਮਤਲਬ ਤਗੜੀ ਨਹੀਂ ਚਾਹੀਦੀ ਆਪਾਂ ਨੂੰ, ਐਗਜ਼ਿਲਰੀਜ਼ ਵੀ ਬਹੁਤ ਘੱਟ ਚਾਹੀਦੀਆਂ, ਅਤੇ ਮੇਨਟੇਨੈਂਸ ਕਾਸਟ ਵੀ ਇਹਦੀ ਘੱਟ ਜਾਂਦੀ ਹੈਗੀ ਆ। ਲਾਸਟ ਪੁਆਇੰਟ ਦੇਖੋ 8th ਪੁਆਇੰਟ ਹੈਗਾ ਸਿੰਸ SF6 ਬ੍ਰੇਕਰਸ ਆਰ ਟੋਟਲੀ ਇਨਕਲੋਜ਼ਡ ਐਂਡ ਸੀਲਡ ਫਰੋਮ ਐਟਮੋਸਫੇਅਰ ਦੇ ਆਰ ਪਾਰਟੀਕੂਲਰਲੀ ਸੂਟੇਬਲ ਵੇਅਰ ਐਕਸਪਲੋਜਨ ਹੈਜ਼ਰਡ ਐਗਜ਼ਿਟਸ ਕੋਲ ਮਾਈਨਸ। ਮਤਲਬ ਕਿਉਂਕਿ ਸਾਡਾ ਸਰਕਟ ਬ੍ਰੇਕਰ ਟੋਟਲੀ ਬੰਦ ਹੈਗਾ, ਕਿਸੇ ਪਾਸਿਓਂ ਵੀ ਉਹਨੂੰ ਆਪਾਂ ਓਪਨ ਨਹੀਂ ਰੱਖਿਆ ਹੋਇਆ, ਇਸ ਕਰਕੇ ਕਹਿੰਦਾ ਇਹਨੂੰ ਕੋਲ ਮਾਈਨਸ ਵਗੈਰਾ ਦੇ ਵਿੱਚ, ਜਿੱਥੇ ਕਿ ਮਤਲਬ ਧਮਾਕਾ ਹੁੰਦਾ, ਖਤਰਾ, ਅੱਗ ਲੱਗਣ ਦਾ ਖਤਰਾ ਹੁੰਦਾ, ਉੱਥੇ ਆਪਾਂ ਇਹ ਬੜੇ ਆਰਾਮ ਨਾਲ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਇਹ ਵੀ ਇਹਨਾਂ ਦੀ ਇੱਕ ਐਡਵਾਂਟੇਜ ਹੈਗੀ ਆ। ਇਸ ਤਰ੍ਹਾਂ ਦੀਆਂ ਇਹ ਐਡਵਾਂਟੇਜ ਜਿਹੜੀਆਂ ਉਹ ਆਪਾਂ ਡਿਸਕਸ ਕਰਤੀਆਂ। ਹੁਣ ਦੇਖੋ ਕੀ ਆ ਡਿਸਐਡਵਾਂਟੇਜਸ ਕੀ ਹੈਗੀਆਂ। ਦੇਖੋ ਦੋ ਹੀ ਆਏ ਦੀਆਂ ਡਿਸਐਡਵਾਂਟੇਜ ਜਿਹੜੀਆਂ ਨੇ ਲਿਖੀਆਂ ਹੋਈਆਂ। ਪਹਿਲੀ ਕਹਿੰਦਾ ਸਲਫਰ ਹੈਕਸਾਫਲੋਰਾਈਡ ਸਰਕਟ ਬ੍ਰੇਕਰ ਆਰ ਕੋਸਟਲੀ ਡਿਊ ਟੂ ਹਾਈ ਕਾਸਟ ਆਫ SF6। ਮਤਲਬ 에ਅਰ, ਜੇਕਰ ਆਪਾਂ 에ਅਰ ਦੀ ਗੱਲ ਕਰੀਏ, ਇਹਦੇ ਨਾਲੋਂ ਜ਼ਿਆਦਾ ਕੋਸਟਲੀ ਪੈਂਦੇ ਆ, ਕਿਉਂਕਿ 에ਅਰ ਤਾਂ ਨੈਚੁਰਲ ਇੱਕ ਕੰਪਰੈਸਰ ਲਿਆਂਦਾ ਅਤੇ ਆਪਾਂ 에ਅਰ ਕੰਪਰੈਸ ਕਰ ਜਿਹੜੀ ਯੂਜ਼ ਕਰ ਲਈ। ਬਟ ਜਿਹੜੀ SF6 ਗੈਸ ਆ, ਪਹਿਲਾਂ ਆਪਾਂ SF6 ਗੈਸ ਖਰੀਦਾਂਗੇ, ਜਦੋਂ ਖਰੀਦਣੀ ਹੈ ਤਾਂ ਇਹਦੀ ਕਾਸਟ ਹੀ ਕਹਿੰਦਾ ਜਿਹੜੀ ਉਹ ਕਾਫੀ ਹਾਈ ਹੁੰਦੀ ਹੈਗੀ ਆ। ਦੂਜੀ ਡਿਸਐਡਵਾਂਟੇਜ ਹੈਗੀ ਆ ਸਿੰਸ ਸਲਫਰ ਹੈਕਸਾਫਲੋਰਾਈਡ ਸਰਕਟ ਬ੍ਰੇਕਰ ਗੈਸ ਹੈਜ਼ ਟੂ ਬੀ ਰੀਕੰਡੀਸ਼ਨਡ ਆਫਟਰ ਐਵਰੀ ਆਪਰੇਸ਼ਨ ਆਫ ਦਾ ਬ੍ਰੇਕਰ, ਐਡੀਸ਼ਨਲ ਇਕਵਿਪਮੈਂਟ ਇਜ਼ ਰਿਕੁਆਇਰਡ ਫॉर ਦਿਸ ਪਰਪਜ਼। ਹੁਣ ਕਿਉਂਕਿ ਆਪਾਂ ਰੀਕੰਡੀਸ਼ਨ ਕਰਕੇ, ਕਿਉਂਕਿ ਮਹਿੰਗੀ ਹੋਣ ਕਰਕੇ ਆਪਾਂ ਇਹਨੂੰ ਐਟਮੋਸਫੇਅਰ ਦੇ ਵਿੱਚ ਛੱਡਦੇ ਨਹੀਂ, ਉਹੀ ਗੈਸ ਆਪਾਂ ਫਿਰ ਰੀਕੰਡੀਸ਼ਨ ਕਰਕੇ ਯੂਜ਼ ਕਰਦੇ ਹਾਂ, ਅਤੇ ਇਸ ਕਰਕੇ ਸਾਨੂੰ ਉਹ ਇਕਵਿਪਮੈਂਟ ਦੇ ਉੱਤੇ ਵੀ ਕੁਛ ਚਾਰਜਿਸ, ਜਿਹੜੇ ਖਰਚਾ ਜਿਹੜਾ ਸਾਨੂੰ ਕਰਨਾ ਪੈਂਦਾ ਹੈਗਾ। ਇਹ ਵੀ ਇੱਕ ਇਹਦੀ ਡਿਸਐਡਵਾਂਟੇਜ ਹੈਗੀ ਆ। ਹੁਣ ਕਹਿੰਦਾ ਇਹਦੇ ਐਪਲੀਕੇਸ਼ਨ ਯੂਜ਼ਜ਼, ਇਹ ਸਰਕਟ ਬ੍ਰੇਕਰ ਆਪਾਂ ਕਿੱਥੇ ਯੂਜ਼ ਕਰਦੇ ਹਾਂ। ਕਹਿੰਦਾ ਟਿਪੀਕਲ ਸਲਫਰ ਹੈਕਸਾਫਲੋਰਾਈਡ ਸਰਕਟ ਬ੍ਰੇਕਰ ਆਫ ਇੰਟਰਪਟਰ ਯੂਨਿਟਸ ఈజ్ ਕੈਪੇਬਲ ਆਫ ਡੀਲਿੰਗ ਵਿਦ ਕਰੰਟਸ ਅਪ ਟੂ 60 ਕਿਲੋ ਐਂਪੀਅਰ। ਦੇਖੋ 60 ਕਿਲੋ ਐਂਪੀਅਰ ਤੱਕ ਦੇ ਕਰੰਟ ਲਈ, ਐਂਡ ਵੋਲਟੇਜ ਇਨ ਦਾ ਰੇਂਜ ਆਫ 50 to 80 ਕਿਲੋ ਵੋਲਟ, 50 to 80 ਕਿਲੋ ਵੋਲਟ ਵੋਲਟੇਜ ਤੱਕ। ਅਤੇ ਦੇਖੋ ਉਸ ਤੋਂ ਬਾਅਦ 60 ਕਿਲੋ ਐਂਪੀਅਰ ਕਰੰਟ ਜਿਹੜਾ ਹੈ ਆਪਾਂ ਯੂਜ਼ ਕਰ ਸਕਦੇ ਹੈਗੇ ਆ। ਕਹਿੰਦਾ ਨੰਬਰ ਆਫ ਯੂਨਿਟਸ ਆਰ ਕਨੈਕਟਡ ਇਨ ਸੀਰੀਜ਼ ਅਕੋਰਡਿੰਗ ਟੂ ਦਾ ਸਿਸਟਮ ਵੋਲਟੇਜ। ਕਹਿੰਦਾ ਹੁਣ ਇੰਨੀ ਵੋਲਟੇਜ ਤੱਕ ਤਾਂ ਆਪਾਂ ਇੱਕ ਯੂਜ਼ ਕਰਦੇ ਹਾਂ, ਪਰ ਕਹਿੰਦਾ ਨੰਬਰ ਆਫ ਸਰਕਟ ਬ੍ਰੇਕਰ ਆਪਾਂ ਸੀਰੀਜ਼ 'ਚ ਯੂਜ਼ ਕਰਦੇ ਹਾਂ ਜੇ ਆਪਾਂ ਵੋਲਟੇਜ ਵਧਾਉਣੀ ਹੋਵੇ। ਕਹਿੰਦਾ SF6 ਸਰਕਟ ਬ੍ਰੇਕਰ ਹੈਵ ਬੀਨ ਡਿਵੈਲਪਡ ਫॉर ਵੋਲਟੇਜ 115 ਕਿਲੋ ਵੋਲਟ ਟੂ 230 ਕਿਲੋ ਵੋਲਟ, 230 ਕਿਲੋ ਵੋਲਟ ਤੱਕ ਇਹ ਆਪਾਂ ਡਿਜ਼ਾਈਨ ਕਰ ਸਕਦੇ ਇਹਨਾਂ ਨੂੰ। ਅਤੇ ਪਾਵਰ ਰੇਟਿੰਗ ਹੈਗੀ 10 MVA ਤੋਂ 20 MVA ਤੱਕ, ਐਂਡ ਇੰਟਰਪਟਿੰਗ ਟਾਈਮ ਲੈਸ ਦੈਨ 3 ਸਾਈਕਲਸ। ਦੇਖੋ 3 ਸਾਈਕਲਸ, 50 ਹਰਟਜ਼ ਫ੍ਰੀਕੁਐਂਸੀ ਹੁੰਦੀ ਆ ਜੇ AC ਜਿਹੜੇ ਕਰੰਟ ਦੀ, ਉਹਦੇ ਵਿੱਚੋਂ ਸਿਰਫ ਪਹਿਲੇ 3 ਸਾਈਕਲ ਦੇ ਵਿੱਚ ਹੀ ਆਪਾਂ ਜਿਹੜਾ ਆ ਇਹ ਸਰਕਟ ਬ੍ਰੇਕਰ ਦਾ ਜਿਹੜਾ ਆ ਮਤਲਬ ਉਹਨੂੰ ਟ੍ਰਿਪ ਕਰਵਾ ਦਿੰਦੇ ਹਾਂ। ਇੰਨੀ ਲੈਸ ਟਾਈਮਿੰਗ ਹੈਗੀ ਇਹਦੀ। ਇਸ ਕਰਕੇ ਜਿੱਥੇ ਟਾਈਮਿੰਗ ਦੀ ਜ਼ਰੂਰਤ ਹੈ, ਟਾਈਮਿੰਗ ਘੱਟ ਚਾਹੀਦਾ ਆਪਾਂ ਨੂੰ, ਬਹੁਤ ਘੱਟ ਟਾਈਮਿੰਗ ਦੇ ਵਿੱਚ ਸਾਡਾ ਸਰਕਟ ਬ੍ਰੇਕਰ ਆਪਰੇਟ ਹੋਵੇ, ਵੋਲਟੇਜ 230 ਦੇ ਲਗਭਗ ਹੋਵੇ, 10 ਤੋਂ ਲੈ ਕੇ 20 MV ਤੱਕ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਇਹੋ ਜਿਹੇ ਸਰਕਟ ਬ੍ਰੇਕਰਸ ਨੂੰ। ਥੈਂਕਸ।